ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਤੜਕੇ 'ਚ ਤੇ ਮੈਂ ਹਾਂ ਤੁਹਾਡੇ ਨਾਲ ਤਨਦੀਪ ਕੌਰ ਤੇ ਮੇਰੇ ਨਾਲ ਨੇ ਮੇਰੀ ਸਹਿਵਕਤਾ ਰਮਨਦੀਪ ਕੌਰ। ਤੇ ਆਪਾਂ ਕੱਲ ਦੀ ਤੁਹਾਨੂੰ ਯਾਦ ਹੋਏਗਾ ਆਪਾਂ ਕੱਲ ਵੀ ਗੱਲ ਕੀਤੀ ਸੀ ਬੱਚਿਆਂ ਨੂੰ ਲੈ ਕੇ, ਬੱਚਿਆਂ ਦੇ ਪੜਾਵਾਂ ਦੇ ਉੱਪਰ ਗੱਲ ਕੀਤੀ ਸੀ ਰਮਨ ਕਿ ਕਿਵੇਂ ਬੱਚਿਆਂ ਨੂੰ ਅਗਰ ਅਸੀਂ ਕਹਿ ਸਕਦੇ ਕਿ 2 ਸਾਲ ਦੇ ਉੱਪਰ ਵਿੱਚ ਕਿਸੇ ਨੈਗੇਟਿਵ ਕਿਵੇਂ ਆਏਗੀ ਪੋਜ਼ਿਟਿਵ ਕਿਵੇਂ ਪਹਿਚਾਨਾਂਗੇ। ਫਿਰ ਆਪਾਂ ਗੱਲ ਕੀਤੀ ਕਿ ਸ਼ਰਮ ਦੇ ਲੈ ਕੇ 2 ਸਾਲ ਤੋਂ ਉੱਪਰ 4 ਸਾਲ ਦੇ ਬੱਚੇ ਵਿੱਚ ਵੇਖਿਆ ਜਾਏ ਤੇ ਕਿਵੇਂ ਸ਼ਰਮ ਜਿਹੜੀ ਹੈ ਉਹ ਲੱਭਦੀ ਹੈ। ਹੋਰ ਵੀ ਅਸੀਂ ਵਧੇਰੀ ਗੱਲਬਾਤ ਕੀਤੀ ਸੀ। ਤਨਦੀਪ ਜਿੱਦਾਂ ਅਸੀਂ ਕੱਲ ਦਾ ਸਾਡਾ ਵਿਸ਼ਾ ਰਿਹਾ ਸੀਗਾ ਪ੍ਰਫੁੱਲਿਤ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨਾ, ਠੀਕ ਹੈ। ਉਹ ਗੱਲ ਰਹੀ ਸੀ ਸਾਡੀ ਪਹਿਲੇ ਸਾਲ ਤੋਂ ਲੈ ਕੇ ਜਵਾਨੀ ਤੱਕ ਦੇ ਤੇ ਉਦੋਂ ਅਗਲੇਰੇ ਪੜਾਅ ਤੇ, ਕਿਉਂਕਿ ਜਿਹੜੀ ਸ਼ਖਸੀਅਤ ਆ ਉਹ ਅਸੀਂ ਕਹਿ ਨਹੀਂ ਸਕਦੇ ਕਿ ਹਾਂ ਚਰਿੱਤਰ ਦਾ ਅਸੀਂ ਜ਼ਰੂਰ ਕਹਿ ਸਕਦੇ ਆ ਕਿ ਕਿਸੇ ਇੱਕ ਏਜ ਵਿੱਚ ਜਾ ਕੇ ਬੱਚੇ ਦਾ ਜਿਹੜਾ ਚਰਿੱਤਰ ਆ ਉਹ ਡਿਸਾਈਡ ਹੋ ਜਾਂਦਾ ਵਾ ਕਿ ਉਹ ਕੈਸਾ ਬੱਚਾ ਅੱਗੇ ਹੈ। ਤਾਂ ਸ਼ਖਸੀਅਤ ਆ ਜਿਹੜੀ ਸਮੇਂ ਦਰ ਸਮੇਂ ਬਦਲਦੀ ਵੀ ਰਹਿੰਦੀ ਹੈ, ਲੇਕਿਨ ਉਹਦਾ ਜਿਹੜਾ ਮੁੱਢ ਆ ਉਹ ਕੱਲ ਵੀ ਆਪਾਂ ਗੱਲ ਕੀਤੀ ਸੀ ਤਨਦੀਪ ਕਿ ਉਹ ਮਾਪਿਆਂ ਦੇ ਰਾਹੀਂ ਹੀ ਬੱਝਿਆ ਜਾਂਦਾ। ਜਿਹੋ ਜਿਹਾ ਸਾਡੀ ਪਰਵਰਿਸ਼, ਜਿਹੋ ਜਿਹਾ ਸਾਡੇ ਘਰ ਦੇ ਅੰਦਰ ਮਾਹੌਲ ਹੁੰਦਾ, ਕੱਲ ਵੀ ਤੁਹਾਡੇ ਨਾਲ ਅਸੀਂ ਗੱਲ ਕੀਤੀ ਸੀ। ਅੱਜ ਅਸੀਂ ਇਹ ਗੱਲ ਤਾਂ ਰਿਪੀਟ ਕਰ ਰਹੇ ਹਾਂ ਕਿ ਤੁਹਾਨੂੰ ਅਸੀਂ ਥੋੜਾ ਜਿਹਾ ਚੇਤਾ ਕਰਵਾ ਦਈਏ। ਕੱਲ ਵੀ ਅਸੀਂ ਗੱਲ ਕੀਤੀ ਸੀ ਕਿ 4 ਸਾਲ ਤੱਕ ਜਿਹੜਾ ਬੱਚਾ ਵਾ ਉਹ ਮਾਪਿਆਂ ਦੀ ਅੰਡਰ ਆਬਜ਼ਰਵੇਸ਼ਨ ਰਹਿੰਦਾ, ਮਾਪਿਆਂ ਦੇ ਤੱਕ ਦੇ ਨਾਲ ਹੁੰਦਾ। ਜਦੋਂ ਸਕੂਲ ਜਾਂਦਾ ਤਾਂ ਮਾਪਿਆਂ ਤੋਂ ਪਰੇ ਹੁੰਦਾ, ਮਾਪਿਆਂ ਤੋਂ ਪਰੇ ਹੋਣ ਦੇ ਬਾਅਦ ਉਹਦੀ ਇੱਕ ਵੱਖਰੀ ਜ਼ਿੰਦਗੀ ਹੈ। ਸਕੂਲ ਦੇ ਬਾਅਦ ਉਹ ਜਦੋਂ ਸਕੂਲੋਂ ਬਾਹਰ ਨਿਕਲਦਾ ਉਹਦੀ ਇੱਕ ਵੱਖਰੀ ਜ਼ਿੰਦਗੀ ਹੋ ਜਾਂਦੀ ਹੈ। ਉੱਥੋਂ ਬਾਹਰ ਨਿਕਲਣ ਦੇ ਬਾਅਦ ਜਦੋਂ ਆਪਣੇ ਕੈਰੀਅਰ ਦੀ ਆਪਣੇ ਅਗਲੇ ਦੇ ਕੈਰੀਅਰ ਦੀ ਸ਼ੁਰੂਆਤ ਕਰਦਾ ਵਾ ਉਹਦੀ ਇੱਕ ਵੱਖਰੀ ਜ਼ਿੰਦਗੀ ਹੋ ਜਾਂਦੀ ਹੈ। ਇਹ ਵੱਖਰੇ ਪੜਾਅ ਦੇ ਅੰਦਰ ਵੰਡਿਆ ਹੋਇਆ ਇਹ ਸਾਰਾ ਸਾਡੀ ਸ਼ਖਸੀਅਤ, ਇਹਦੇ ਨਾਲ ਸਾਡੀ ਸ਼ਖਸੀਅਤ ਪ੍ਰਫੁੱਲਿਤ ਹੁੰਦੀ ਹੈ ਕਿ ਕੈਸਾ ਅਸੀਂ ਸੋਚਦੇ ਹਾਂ, ਕੈਸਾ ਸਾਡਾ ਆਸਾ ਪਾਸਾ ਤੇ ਕੈਸਾ ਸਾਡਾ ਉਹਦੇ ਵੱਲੋਂ ਪ੍ਰਭਾਵ ਪੈਂਦਾ ਬੱਚੇ ਦੇ ਉੱਤੇ। ਤਾਂ ਕੱਲ ਦੀਆਂ ਗੱਲਾਂ ਵਿੱਚ ਸਾਨੂੰ ਜਿਹੜਾ ਸਮਾਂ ਥੋੜਾ ਪੈ ਗਿਆ ਸੀ, ਉਹਦੇ ਵਿੱਚ ਸਾਡਾ ਇੱਕ ਵਿਸ਼ਾ ਰਹਿ ਗਿਆ ਸੀ ਜਿਹਦੇ ਵਿੱਚ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨ ਦਾ ਸਭ ਤੋਂ ਮੇਨ ਜਿਹੜਾ ਵਿਸ਼ਾ ਹੁੰਦਾ ਉਹ ਹੁੰਦਾ ਪ੍ਰਸ਼ੰਸਾ। ਪ੍ਰਸ਼ੰਸਾ ਤੇ ਤਨਦੀਪ ਮਾਇਆ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ, ਕਿਉਂਕਿ ਜਿਹੜੀ ਮਾਇਆ ਉਹ ਵੀ ਬੰਦੇ ਨੂੰ ਭਰਮਾਉਂਦੀ ਹੈ ਤੇ ਜਿਹੜੀ ਪ੍ਰਸ਼ੰਸਾ ਵਾ ਚਾਹੇ ਉਹ ਅਸੀਂ ਬੱਚੇ ਦੀ ਗੱਲ ਕਰੀਏ, ਚਾਹੇ ਉਹ ਅਸੀਂ ਨੌਜਵਾਨ ਦੀ ਗੱਲ ਕਰੀਏ, ਚਾਹੇ ਉਹ ਅਸੀਂ ਵਿਚਕਾਰਲੀ ਏਜ ਦੀ ਗੱਲ ਕਰੀਏ, ਚਾਹੇ ਉਹ ਅਸੀਂ ਬਜ਼ੁਰਗ ਦੀ ਗੱਲ ਕਰੀਏ, ਹਮੇਸ਼ਾ ਜਿਹੜੀ ਸਾਨੂੰ ਮਾਇਆ ਤੇ ਪ੍ਰਸ਼ੰਸਾ ਜ਼ਿੰਦਗੀ ਦੇ ਕਿਤੇ ਵੀ ਪੜਾਅ ਤੇ ਆ ਕੇ ਡਾਵਾਡੋਲ ਕਰ ਦਿੰਦੀ। ਕਿਤੇ ਵੀ ਪੜਾਅ ਤੇ ਆ ਕੇ ਸਾਨੂੰ ਜਿਹੜੀ ਪ੍ਰਸ਼ੰਸਾ ਜਾਂ ਮਾਇਆ ਦੋਨੋਂ ਇੱਕੋ ਹੀ ਸਿੱਕੇ ਦੇ 2 ਪਹਿਲੂ ਨੇ, ਪ੍ਰਭਾਵਿਤ ਕਰ ਦਿੰਦੇ ਨੇ। ਪ੍ਰਸ਼ੰਸਾ ਦੀ ਮੈਂ ਗੱਲ ਤਾਂ ਕਰਨ ਲੱਗੀ ਹਾਂ ਕਿਉਂਕਿ ਸਾਨੂੰ ਥੋੜਾ ਜਿਹਾ ਵੀ ਤਨਦੀਪ ਕੋਈ ਗੱਲ ਕਹਿੰਦਾ ਨਾ ਕਿ ਤੁਸੀਂ ਜਿਵੇਂ ਮੈਂ ਹੀ ਤੁਹਾਨੂੰ ਕਹਿ ਦਿੱਤਾ ਤਨਦੀਪ ਅੱਜ ਤੁਹਾਡੇ ਤੇ ਨਾ ਇਹ ਸੂਟ ਬਹੁਤ ਫੱਬਦਾ ਵੀ ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ ਇਸ ਸੂਟ ਦੇ ਅੰਦਰ, ਤਾਂ ਮੈਂ ਕੀ ਦੇਖਿਆ ਤੁਹਾਡੀ ਬਾਹਰਲੀ ਸੁੰਦਰਤਾ ਕਿ ਤੁਸੀਂ ਬਾਹਰੋਂ ਕੈਸੇ ਲੱਗ ਰਹੇ ਹੋ। ਇੱਕ ਉਦਾਹਰਨ ਦੇ ਤੌਰ ਤੇ ਮੈਂ ਸਮਝਾ ਰਹੀ ਹਾਂ ਕਿ ਮੈਂ ਸਿਰਫ ਤੁਹਾਨੂੰ ਬਾਹਰੋਂ ਦੇਖਿਆ ਤਾਂ ਮੈਂ ਅਗਰ ਇੱਕ ਵਧੀਆ ਸ਼ਖਸੀਅਤ ਦਾ ਇਨਸਾਨ ਹੋਏਗਾ ਤਾਂ 2 ਮਿੰਟ ਖੜਾ ਹੋ ਕੇ ਜ਼ਰੂਰ ਸੋਚੇਗਾ ਕਿ ਇਹਨੇ ਤਾਂ ਮੇਰੀ ਬਾਹਰੀ ਪੱਖ ਦੀ ਦੇਖ ਕੇ ਸੁੰਦਰਤਾ ਤੇ ਮੇਰੀ ਪ੍ਰਸ਼ੰਸਾ ਕਰ ਦਿੱਤੀ, ਜਿਹੜਾ ਕਿ ਹੋਰ 5 ਮਿੰਟਾਂ ਦੇ ਤੱਕ ਸ਼ਾਇਦ ਢੇਰੀ ਹੋ ਜਾਵੇਗਾ ਕਿ ਸ਼ਾਇਦ ਅਗਰ ਮੈਂ ਜਿਹੜਾ ਸੂਟ ਮੇਰੇ ਤੇ ਬਹੁਤ ਜ਼ਿਆਦਾ ਫੱਬਦਾ ਉਸ ਸੂਟ ਨੂੰ ਅਗਰ ਮੈਂ ਲਾ ਕੇ ਬਦਲ ਦੇਵਾਂਗੀ ਤਾਂ ਮੇਰੀ ਸ਼ਾਇਦ ਪ੍ਰਸ਼ੰਸਾ ਦੇ ਵਿੱਚ ਥੋੜਾ ਫਰਕ ਪੈ ਜਾਵੇਗਾ ਜਿਹੜੀਆਂ ਅੱਖਾਂ ਨੇ ਮੈਨੂੰ ਮੇਰੇ ਫੱਬ ਦੇ ਸੂਟ ਨੂੰ ਵੇਖਿਆ। ਲੇਕਿਨ ਜਿਹੜੀ ਇਹ ਮੇਰੀ 5 ਮਿੰਟ ਦੀ, ਇਹ ਤੁਹਾਡੀ 5 ਮਿੰਟ ਦੀ ਜਾਂ ਪੂਰੇ ਦਿਨ ਦੀ ਸੱਚਾਈ ਕਹਿ ਸਕਦੇ ਆ, ਲੇਕਿਨ ਜਿਹੜੀ ਤੁਹਾਡੀ ਅੰਦਰੂਨੀ ਸੱਚਾਈ ਹੈ ਉਹਨੂੰ ਮੈਂ ਜੱਜ ਨਹੀਂ ਕਰ ਪਾਈ ਕਿ ਉਹ ਕੈਸਾ ਸੀ। ਉਹ ਦੂਸਰਾ ਬੰਦਾ ਸਿਰਫ ਇਹ ਹੁੰਦਾ ਕਿ ਅਗਰ ਤੁਸੀਂ ਬਹੁਤ ਉੱਚੀ ਸ਼ਖਸੀਅਤ ਦੇ ਬਹੁਤ ਵੱਡੀ ਸੋਚ ਦੇ ਮਾਲਕ ਹੋ, ਵਧੀਆ ਸੋਚ ਦੇ ਮਾਲਕ ਹੋ, ਤਾਂ ਤੁਸੀਂ ਆਪਣੀ ਪ੍ਰਸ਼ੰਸਾ ਸੁਣ ਕੇ ਉਹਨੂੰ ਫੁੱਲ ਕੇ ਪਾਟਣ ਤੇ ਨਹੀਂ ਆਉਣਾ ਹੁੰਦਾ। ਸਿਰਫ ਵੈਸਾ ਹੀ ਰਹਿਣਾ ਕਿ ਜੈਸਾ ਚਲੋ ਠੀਕ ਹੈ ਮੈਨੂੰ ਪਤਾ ਮੈਂ ਅੰਦਰੋਂ ਕੀ ਆ। ਅਗਰ ਮੈਨੂੰ ਬਾਹਰੋਂ ਮੇਰਾ ਸੂਟ ਕਿਸੇ ਨੂੰ ਫੱਬ ਗਿਆ ਤਾਂ ਉਹਦੇ ਵਿੱਚ ਬਹੁਤੀ ਵੱਡੀ ਗੱਲ ਨਹੀਂ। ਇਹਨਾਂ ਨੂੰ ਅਸੀਂ ਕਹਿ ਸਕਦੇ ਆ ਕਿ ਉਹ ਬੰਦਾ ਲਾਸਟ ਤੇ ਆ ਕੇ ਗੱਲ ਇਹ ਮੁੱਕਦੀ ਆ ਕਿ ਤਨਦੀਪ ਇਹਨਾਂ ਸਾਰੇ ਪੜਾਵਾਂ ਵਿੱਚੋਂ ਗੁਜ਼ਰ ਕੇ ਜਦੋਂ ਬੰਦਾ ਇਸ ਪੜਾਅ ਦੇ ਵਿੱਚ ਗੁਜ਼ਰ ਜਾਂਦਾ ਤਾਂ ਉਹਨੂੰ ਅਸੀਂ ਇੱਕ ਤਰਾਸ਼ਿਆ ਹੋਇਆ ਹੀਰਾ ਕਹਿ ਸਕਦੇ ਆ। ਬਿਲਕੁਲ ਰਮਨ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇਹ ਪੜਾਅ ਤੋਂ ਨਿਕਲਣਾ ਵੀ ਕਾਫੀ ਜ਼ਿਆਦਾ ਔਖਾ ਤੇ ਨਾਲ ਸਲਾਹ ਵੀ ਤੁਸੀਂ ਦੇ ਹੀ ਦਿਓ ਕਿ ਇਨ ਪੜਾਵਾਂ ਨੂੰ ਆਸਤੇ ਕਿਵੇਂ ਪਾਰ ਕਰਨਾ ਚਾਹੀਦਾ। ਦੇਖੋ ਤਨਦੀਪ ਕੱਲ ਵੀ ਆਪਾਂ ਇਸੇ ਗੱਲ ਤੇ ਹੀ ਗੱਲ ਕੀਤੀ ਸੀਗੀ ਕਿ ਹੁਣ ਨਾ ਬਹੁਤਾ ਵਕਤ ਆ, ਜਿਵੇਂ ਚਾਹੇ ਸਾਡੇ ਵਰਗੇ ਪੇਰੈਂਟਸ ਕਹਿ ਦੋ ਕਿ ਅਸੀਂ ਕਾਫੀ ਜਿਹੜਾ ਸਮਾਂ ਵਾ ਆਪਣਾ ਨਾ ਗਵਾ ਚੁੱਕੇ ਆ। ਜਿਹੜਾ ਜਦੋਂ ਸਾਨੂੰ ਹੁਣ ਅਸੀਂ ਬੈਠ ਕੇ ਸੋਚਦੇ ਆ, ਮੈਂ ਇਸ ਸਾਰੇ ਟੌਪਿਕ ਨੂੰ ਲਿਖਿਆ ਤਾਂ ਮੈਨੂੰ ਇਹ ਲੱਗਿਆ ਕਿ ਇਹ ਗਲਤੀਆਂ ਅਸੀਂ ਆਪਣੀ ਜ਼ਿੰਦਗੀ 'ਚ ਕਰ ਬੈਠੇ ਆ। ਜਿਹੜਾ ਸਮਾਂ ਸਾਡੇ ਬੱਚੇ ਦਾ ਨਿਕਲ ਗਿਆ ਉਹ ਸਾਨੂੰ ਹੱਥ ਨਹੀਂ ਆਉਣਾ, ਉਹ ਬੱਚੇ ਦਾ ਨੀਂਹ ਮਜ਼ਬੂਤ ਕਰਨ ਦਾ ਵੇਲਾ ਸੀ।
ਦੇਖੋ ਤਨਦੀਪ, ਅਕਸਰ ਨਾ ਪੇਰੈਂਟਸ ਸਟੱਡੀ ਨੂੰ ਲੈ ਕੇ ਬਹੁਤ ਅਵੇਅਰ ਰਹਿੰਦੇ ਆ ਕਿ ਬਹੁਤ ਬੱਚਾ ਪੜ੍ਹਨਾ ਚਾਹੀਦਾ ਵਾ, ਔਰ ਅੱਜ ਕੱਲ ਮਾਹੌਲ ਕੈਸਾ ਹੋ ਗਿਆ ਕਿ ਬਾਹਰ ਨਹੀਂ ਬੱਚੇ ਨੂੰ ਕੱਢਣਾ, ਆਪਣੀ ਚਾਰ ਦੀਵਾਰੀ ਦੇ ਅੰਦਰ ਰੱਖਣਾ। ਫਿਰ ਅਸੀਂ ਡਾਕਟਰਾਂ ਕੋਲ ਜਾਂਦੇ ਆ ਕਿ ਬੱਚਾ ਸਾਡਾ ਕੁਝ ਖਾਂਦਾ ਨਹੀਂ, ਬੱਚਾ ਸਾਡਾ ਵੱਧਦਾ ਫੁੱਲਦਾ ਨਹੀਂ, ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਤਾਂ ਜ਼ਿੰਮੇਵਾਰ ਅਸੀਂ ਆ, ਅਸੀਂ ਕੀ ਮਾਪੇ ਹੀ ਜ਼ਿੰਮੇਵਾਰ ਨੇ, ਉਹਨਾਂ ਨੇ ਉਹਨੂੰ ਰੱਖਿਆ ਹੀ ਵੈਸੇ ਮਾਹੌਲ 'ਚ। ਤੁਹਾਨੂੰ ਪਤਾ ਤਨਦੀਪ, ਸਭ ਤੋਂ ਜ਼ਿਆਦਾ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂਗੀ, ਦਰਸ਼ਕਾਂ ਦੇ ਨਾਲ ਵੀ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਤੰਦਰੁਸਤ ਤੇ ਸਭ ਤੋਂ ਜ਼ਿਆਦਾ ਐਕਟਿਵ ਤੇ ਸਭ ਤੋਂ ਜ਼ਿਆਦਾ ਚੰਗੀ ਸੋਚ ਰੱਖਣ ਵਾਲੇ ਬੱਚੇ ਮੈਨੂੰ ਲੱਗਦਾ ਉਹੀ ਹੋ ਸਕਦਾ ਅਗਰ ਮਾਪੇ ਇੰਨੀ ਕੁ ਮਿਹਨਤ ਕਰਕੇ ਬੱਚੇ ਦਾ ਫਿਰ ਪਾਲਣ ਪੋਸ਼ਣ ਤੁਸੀਂ ਪਹਾੜੀ ਏਰੀਏ 'ਚ ਹੀ ਜਾ ਕੇ ਕਰੋ, ਜਿੱਥੇ ਕਿ ਨਾ ਤਾਂ ਕੋਈ ਤੁਹਾਨੂੰ ਬੇਕਾਰ ਆਸੇ-ਪਾਸੇ ਦਾ ਤੁਹਾਡੇ ਬੱਚੇ ਦੇ ਪ੍ਰਭਾਵ ਪਏਗਾ, ਵੈਸੇ ਮਾਹੌਲ ਦਾ ਸਾਫ਼ ਸੁਥਰੀ ਹਵਾ ਵੀ ਮਿਲੂਗੀ, ਹਰਿਆਲੀ ਵੇਖਣੀ, ਸੋਹਣਾ ਮਾਹੌਲ ਵੇਖਣਾ, ਉਹੀ ਬੱਚੇ ਦੇ। ਹੁਣ ਦੇਖੋ ਬੱਚਾ ਦੇਖ ਹੀ ਹੋ ਰਿਹਾ, ਬਿਲਕੁਲ ਜੋ ਅਸੀਂ ਉਹਨੂੰ ਵਿਖਾ ਰਹੇ ਹਾਂ ਉਹ ਤਾਂ ਉਹੀ ਵੇਖ ਰਿਹਾ ਤੇ ਉਹਦੇ ਦਿਮਾਗ ਵਿੱਚ ਤਾਂ ਉਹੀ ਚੀਜ਼ ਬੈਠ ਰਹੀ ਹੈ। ਕਿਤੇ ਦਿਨਦੀਪ ਤੁਸੀਂ ਨਹੀਂ ਸੋਚਦੇ ਕਿ ਜ਼ਿੰਮੇਵਾਰ ਤਾਂ ਮਾਪੇ ਹੀ ਨੇ। ਬਿਲਕੁਲ ਬਿਲਕੁਲ ਲੇਕਿਨ ਰਮਨ ਦੇਖਿਆ ਜਾਏ, ਜਿਵੇਂ ਤੁਸੀਂ ਕਿਹਾ ਕਿ ਪੜ੍ਹਾਈ ਨੂੰ ਲੈ ਕੇ ਮਾਪੇ ਜਿਹੜੇ ਨੇ ਕਾਫੀ ਜ਼ਿਆਦਾ ਫਿਕਰ 'ਚ ਰਹਿੰਦੇ ਨੇ, ਲੇਕਿਨ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਹੈ, ਮੈਨੂੰ ਲੱਗਦਾ ਇਹ ਚੀਜ਼ ਵਿੱਚ ਨਾ ਮਾਪੇ ਕਾਫੀ ਜ਼ਿਆਦਾ ਗਲਤ ਜਿਹੜੀ ਸੋਚਦੇ ਨੇ। ਹਮੇਸ਼ਾ ਤੁਸੀਂ ਵੇਖਿਆ ਕਿ ਮਾਪੇ ਜਿਹੜੇ ਨੇ ਆਪਣੇ ਬੱਚੇ ਨੂੰ ਕਹਿੰਦੇ ਨੇ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਬਹੁਤ ਹੀ ਵਧੀਆ ਗੱਲ ਹੈ, ਬੱਚੇ ਦੀ ਸਲਾਹ ਮਾਪੇ ਜੋ ਵੀ ਦੱਸਣਗੇ ਮੈਨੂੰ ਲੱਗਦਾ ਕਿ ਬਿਲਕੁਲ ਵੀ ਗਲਤੀ ਨਹੀਂ। ਲੇਕਿਨ ਮਾਪੇ ਦੇ ਇਲਾਵਾ ਅਗਰ ਅਸੀਂ ਸੋਚ ਦੀ ਗੱਲ ਕਰੀਏ, ਕਿਤੇ ਕਿਤੇ ਸੋਚ ਆ ਜਾਂਦਾ ਕਈ ਵਾਰ ਕਹਿੰਦੇ ਨੇ ਨਾ, ਹਾਂ ਉਹ ਮੁੰਡਾ ਜਿਹੜਾ ਨਾ ਬਹੁਤ ਬੁਰਾ, ਉਹਦੇ ਨਾਲ ਨਹੀਂ ਟੁਰਨਾ, ਉਹ ਸ਼ਖਸ ਜਿਹੜਾ ਨਾ ਬਹੁਤ ਹੀ ਵਧੀਆ ਨਹੀਂ ਹੈ, ਉਹਦੇ ਨਾਲ ਨਹੀਂ ਜਾਣਾ। ਤੇ ਮੈਨੂੰ ਆਪਾਂ ਲੱਗਦਾ ਕਿ ਇਨਸਾਨ ਜੈਸਾ ਵੀ ਹੈ, ਕਿਸੇ ਦੇ ਨਾਲ ਟੁਰਨ ਨਾਲ, ਕਿਸੇ ਦੇ ਨਾਲ ਚੱਲਣ ਨਾਲ ਉਹ ਦੂਸਰਾ ਬੰਦਾ ਉਹੀ ਜਿਹਾ ਜਿਹੜਾ ਨਹੀਂ ਹੋ ਜਾਂਦਾ। ਤੇ ਕਿਤੇ ਨਾ ਕਿਤੇ ਸੋਚ ਜਿਹੜੀ ਹੈ ਇਸ ਵਿੱਚ ਹਰ ਜਗ੍ਹਾ ਵਿੱਚ ਉਹ ਜ਼ਰੂਰ ਮੈਟਰ ਕਰਦੀ ਆ। ਦੇਖੋ ਤਨਦੀਪ, ਆਪਾਂ ਕੱਲ ਵੀ ਗੱਲ ਕੀਤੀ ਸੀ, ਇਹ ਆਉਂਦਾ ਹੈ ਬੜਾ ਯਕੀਨ ਵਾਲੇ 'ਚ। ਬਿਲਕੁਲ ਕਿ ਅਗਰ ਪੇਰੈਂਟਸ ਦਾ ਯਕੀਨ ਆਪਣੇ ਬੱਚਿਆਂ ਦੇ ਮਜ਼ਬੂਤ ਹੈ, ਔਰ ਅਗਰ ਉਹਨਾਂ ਨੇ ਸ਼ਖਸੀਅਤ ਵੈਸੀ ਦਿੱਤੀ ਹੈ, ਅਗਰ ਉਹਦਾ ਪਾਲਣ ਪੋਸ਼ਣ ਵੈਸਾ ਕੀਤਾ ਗਿਆ, ਤਾਂ ਉਹ ਚਾਹੇ 10 ਮਾੜੇ ਬੰਦਿਆਂ ਦੇ ਅੰਦਰ ਬੈਠਾ ਹੋਏਗਾ ਤਾਂ ਮਾਪਿਆਂ ਨੂੰ ਇੰਨਾ ਕੁ ਯਕੀਨ ਜ਼ਰੂਰ ਹੁੰਦਾ ਕਿ ਜਿਹੜੀ ਮੇਰੀ ਪਰਵਰਿਸ਼ ਆ, ਜੋ ਮੈਂ ਉਹਨੂੰ ਸਿਖਾਇਆ, ਜੈਸਾ ਮੈਂ ਉਹਨੂੰ ਸ਼ੁਰੂ ਤੋਂ ਇਹਦਾ ਮੁੱਢ ਬੰਨ ਦਿੱਤਾ, ਇਹ ਬੱਚਾ ਡੋਲੇਗਾ ਨਹੀਂ। ਔਰ ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਅਕਸਰ ਪੜ੍ਹਾਈ ਨੂੰ ਲੈ ਕੇ ਮਾਂ-ਬਾਪ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਨੇ, ਬਹੁਤ ਜ਼ਿਆਦਾ ਕਿ ਭੱਜ ਦੌੜ ਮੱਚੀ ਪਈ ਹੈ ਪੜ੍ਹਾਈਆਂ ਨੂੰ ਲੈ ਕੇ, ਸਕੂਲਾਂ ਨੂੰ ਲੈ ਕੇ। ਬੱਚੇ ਦਾ ਅਸੀਂ ਦੇਖਦੇ ਹੀ ਨਹੀਂ ਕਿ ਬੱਚੇ ਦਾ ਇੰਟਰਸਟ ਕਿਹੜੇ ਪਾਸੇ ਨੂੰ ਆ। ਕੰਪੀਟੀਸ਼ਨ ਦਾ ਐਸਾ ਜ਼ਮਾਨਾ ਆ ਗਿਆ, ਬੱਚੇ ਨੂੰ ਕਿਤਾਬੀ ਕੀੜਾ ਬਣਾ ਕੇ ਰੱਖ ਦਿੱਤਾ, ਔਰ ਕਿਹਦੇ ਵੱਲ ਭੱਜ ਰਹੇ ਨੇ ਮਾਪੇ? ਨੰਬਰਾਂ ਦੇ ਵੱਲ ਨੂੰ, ਕਿ ਫਲਾਣੇ ਦੀ ਪਰਸੈਂਟੇਜ ਆ ਜਿਹੜੀ ਉਸ ਬੱਚੇ ਦੀ ਇੰਨੀ ਆਈ, ਔਰ ਤੁਹਾਡੀ ਇੱਕ ਨੰਬਰ ਨੂੰ ਲੈ ਕੇ, ਕਿਉਂਕਿ ਇਹ ਜਾਇਜ਼ ਵੀ ਬਣਦਾ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਗਿਆ। ਕੰਪੀਟੀਸ਼ਨ ਦੇਖੋ, ਅੱਗੇ ਅਸੀਂ ਦੇਖਦੇ ਹੁੰਦੇ ਸੀ ਬੱਚਾ ਸਿੱਖਣ ਦੇ ਲਈ ਪੜ੍ਹਦਾ, ਬਿਲਕੁਲ। ਹੁਣ ਬੱਚਾ ਸਿਰਫ ਸਿੱਖਣ ਦੇ ਲਈ ਨਹੀਂ ਪੜ੍ਹ ਰਿਹਾ, ਦੌੜ ਲੱਗੀ ਹੋਈ ਆ ਕਿ ਪਰਸੈਂਟੇਜ ਨੰਬਰਾਂ ਦੇ ਲਈ ਪੜ੍ਹ ਰਿਹਾ। ਪਹਿਲਾਂ ਕੀ ਹੁੰਦਾ ਸੀ, ਕੋਈ ਵੀ ਬੱਚਾ ਚਾਹੇ ਉਹ ਅਗਰ ਉਹ ਕਾਲਜ ਦੇ ਅੰਦਰ ਜਾਂਦਾ, ਯੂਨੀਵਰਸਿਟੀ ਦੇ ਅੰਦਰ ਜਾਂਦਾ, ਪਹਿਲੇ ਜ਼ਮਾਨੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਟਾਈਮ ਅਗਰ ਬੱਚੇ ਦਾ ਇੰਟਰਸਟ ਮੈਥ ਦੇ ਅੰਦਰ ਆ, ਉਹਨੇ ਕੋਈ ਵੀ ਵਿਸ਼ਾ ਰੱਖਿਆ ਹੋਵੇ, ਉਹ ਡਾਕਟਰ ਵੀ ਬਣ ਸਕਦਾ ਸੀ, ਇੰਜੀਨੀਅਰ ਵੀ ਬਣ ਸਕਦਾ ਸੀ, ਅਧਿਆਪਕ ਵੀ ਬਣ ਸਕਦਾ ਸੀ। ਪਤਾ ਹੀ ਨਹੀਂ ਲੱਗਦਾ ਸੀ ਕਿ ਬੱਚੇ ਨੇ ਕੀ ਬਣਨਾ, ਕਿਉਂਕਿ ਉਹਦੀ ਆਲ ਰਾਊਂਡ ਡਿਵੈਲਪਮੈਂਟ, ਉਹਦੇ ਦਿਮਾਗ ਦੇ ਅੰਦਰ ਸਾਰੇ ਵਿਸ਼ੇ ਬਹੁਤ ਹੀ ਧਿਆਨ ਦੇ ਨਾਲ ਬਿਠਾਏ ਜਾਂਦੇ ਸੀ, ਬਹੁਤ ਹੀ ਉਹਨੂੰ ਹਰ ਪਾਸੇ ਦਾ ਗਿਆਨ ਦਿੱਤਾ ਜਾਂਦਾ ਸੀ। ਲੇਕਿਨ ਜਿਹੜਾ ਨੌਲੇਜ ਜ਼ਿਆਦਾ ਦਿੱਤੀ ਜਾਂਦੀ ਸੀ, ਲੇਕਿਨ ਜਿਹੜਾ ਹੁਣ ਵਕਤ ਚੱਲ ਰਿਹਾ, ਜਿਸ ਨੰਬਰ ਪਿੱਛੇ ਦੌੜਦਾ, ਨੌਲੇਜ ਨੂੰ ਪਿੱਛੇ ਛੱਡ। ਔਰ ਦੂਸਰਾ ਗੱਲ ਮੈਂ ਤੁਹਾਨੂੰ ਦੱਸਦੀ ਹਾਂ, ਨੰਬਰਾਂ ਪਿੱਛੇ ਵੀ ਦੌੜਦਾ ਤਨਦੀਪ। ਔਰ ਦੂਸਰੀ ਗੱਲ ਪਤਾ ਕੀ ਹੈ, ਇੱਥੇ ਮੈਨੂੰ ਇਹ ਲੱਗਦਾ ਕਿ ਪੜ੍ਹਾਈ ਦਾ ਸਿਸਟਮ ਇੱਕ ਐਸਾ ਹੋ ਗਿਆ, ਮੈਡੀਕਲ, ਨਾਨ ਮੈਡੀਕਲ, ਕਮਰਸ, ਜਿਹੜੇ ਵੱਖ-ਵੱਖ ਸਟਰੀਮਸ ਰੱਖ ਦਿੱਤੀਆਂ। ਹੁਣ ਜਿਹੜੇ ਪਹਿਲਾਂ ਤੋਂ ਹੀ ਮਾਈਂਡ ਵਿੱਚ ਬਿਠਾ ਲਿਆ ਕਿ ਇੰਜੀਨੀਅਰ ਹੀ ਬਣਨਾ, ਉਹ ਦੂਜੇ ਪਾਸੇ ਡਾਕਟਰੀ ਲਾਈਨ 'ਚ ਸੋਚ ਹੀ ਨਹੀਂ ਸਕਦਾ ਕਿ ਮੈਂ ਉਹਦੇ ਵੀ ਥੋੜੀ ਨੌਲੇਜ ਇਕੱਠੀ ਕਰ ਲਾਂ। ਉਹਨੂੰ ਪਤਾ ਵੀ ਮੈਂ ਬਣਨਾ ਤਾਂ ਇੰਜੀਨੀਅਰ ਹੀ ਆ, ਅਗਰ ਮੈਂ ਨਾਨ ਮੈਡੀਕਲ ਰੱਖਿਆ ਤਾਂ ਇੰਜੀਨੀਅਰ ਹੀ ਬਣਨਾ। ਕਿਉਂ ਨਹੀਂ ਅਸੀਂ ਬੱਚੇ ਦਾ ਸਾਰੇ ਗਿਆਨ ਤੇ ਉਹਦੀ ਨੌਲੇਜ ਦੇ ਅੰਦਰ ਵਾਧਾ ਕਿਉਂ ਨਹੀਂ ਕਰਦੇ? ਬਿਲਕੁਲ, ਇਹ ਬਹੁਤ ਹੀ ਸਹੀ ਪੁਆਇੰਟ ਜਿਹੜਾ ਤੁਸੀਂ ਕਿਹਾ ਕਿ ਪਹਿਲੇ ਜ਼ਮਾਨੇ 'ਚ ਤੇ ਬੜਾ ਕੁਝ ਵੇਖਣ ਨੂੰ ਮਿਲਦਾ ਸੀ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ, ਬਹੁਤ ਕੁਝ ਬਦਲ ਗਿਆ। ਉਹਦੇ ਇਲਾਵਾ ਹੋਰ ਨਾਲ ਹੀ ਰਮਨ ਇਹ ਵੀ ਜਾਣਨਾ ਚਾਹਾਂਗੇ, ਜਿਵੇਂ ਅਸੀਂ ਬੱਚਿਆਂ ਦੀ ਗੱਲ ਵੀ ਕਰ ਰਹੇ ਹਾਂ, ਲੇਕਿਨ ਅਸੀਂ ਨਾ ਇੱਕ ਚੀਜ਼ ਭੁੱਲ ਗਏ, ਬੱਚਿਆਂ ਦੀ ਡਾਈਟ ਨੂੰ ਲੈ ਕੇ। ਹਾਂ, ਉਹ ਵੀ ਬਹੁਤ ਵੱਡੀ ਜਿਹੜੀ ਤਨਦੀਪ ਇਸ ਸਮੇਂ ਬਹੁਤ ਜ਼ਿਆਦਾ। ਪਹਿਲੀ ਗੱਲ, ਅਗਰ ਅਸੀਂ ਡਾਈਟ ਦੀ ਗੱਲ ਕਰੀਏ ਨਾ, ਡਾਈਟ ਤਾਂ ਚਾਹੇ ਤੁਸੀਂ ਮੇਰੇ ਲਈ ਕਹਿ ਲਓ, ਚਾਹੇ ਬਜ਼ੁਰਗਾਂ ਲਈ ਕਹਿ ਲਓ, ਚਾਹੇ ਆਪਣੇ ਲਈ ਕਹਿ ਲਓ, ਚਾਹੇ ਬੱਚਿਆਂ ਦੇ ਲਈ, ਕੋਈ ਵੀ ਸਾਫ਼ ਚੀਜ਼ ਨਹੀਂ ਆ ਰਹੀ ਹੈ। ਇਹ ਸੱਚਾਈ ਹੈ ਇਸ ਟਾਈਮ ਦੇ ਅੰਦਰ। ਕਿ ਅਗਰ ਅਸੀਂ ਦੇਖੀਏ ਕਿ ਅਗਰ ਅਸੀਂ ਆਪਣੇ ਬੱਚੇ ਨੂੰ ਸਬਜ਼ੀ ਵੀ ਖਿਲਾ ਰਹੇ ਆ ਨਾ,
ਤਾਂ ਉਹ ਵੀ ਕਿਤੇ ਨਾ ਕਿਤੇ ਸੋਚ ਪੈ ਜਾਂਦੀ ਹੈ ਕਿ ਸੋਚ ਅਸੀਂ ਇਹਨੂੰ ਇਹ ਕਹਿ ਕੇ ਖਿਲਾ ਰਹੇ ਹਾਂ ਕਿ ਅਸੀਂ ਇਹਨੂੰ ਸਬਜ਼ੀ ਖਿਲਾ ਰਹੇ ਹਾਂ, ਲੇਕਿਨ ਕਿਤੇ ਨਾ ਕਿਤੇ ਵਿੱਚ ਵਿਚਾਲੇ ਉਹਦੇ ਵੀ ਜ਼ਹਿਰ ਭਰਿਆ ਹੁੰਦਾ, ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਖੁਰਾਕਾਂ ਹੁਣ ਆ ਰਹੀਆਂ ਔਰ ਬੱਚੇ ਨੇ ਫਿਰ ਖਾਣਾ ਵੀ ਵੈਸਾ ਹੀ ਆ। ਔਰ ਅਗਰ ਅਸੀਂ ਆਦਤਾਂ ਦੀ ਗੱਲ ਕਰੀਏ, ਇਹ ਰਹੀ ਸਾਡੀ ਹੁਣ ਦੀ ਖੁਰਾਕਾਂ ਦੀ ਗੱਲ, ਬਿਮਾਰੀਆਂ ਵੀ ਤਨਦੀਪ ਤਾਂ ਹੀ ਵੱਧ ਰਹੀਆਂ ਨੇ, ਉਹ ਨਵੀਆਂ ਬਿਮਾਰੀਆਂ ਜਿਹੜੀਆਂ ਕਦੀ ਅਸੀਂ ਸੁਣੀਆਂ ਵੀ ਨਹੀਂ ਸੀ ਕਿ ਇਹ ਬਿਮਾਰੀਆਂ ਦਾ ਪਹਿਲਾਂ ਸਾਡੇ ਬਜ਼ੁਰਗਾਂ ਨੇ ਨਾਮ ਵੀ ਨਹੀਂ ਸੁਣਿਆ ਸੀ। ਗੱਲ ਕਰੀਏ ਅਗਰ ਅਸੀਂ ਕੈਂਸਰ ਦੀ ਬਿਮਾਰੀ ਦੀ, ਅੱਜ ਕੱਲ ਕਿੰਨਾ ਨਾਰਮਲ ਹੋ ਗਿਆ ਨਾਮ ਲੈਣਾ ਕੈਂਸਰ। ਪਹਿਲਾਂ ਬਜ਼ੁਰਗ ਡਰਦੇ ਦਾ ਮੂੰਹ ਚੋਂ ਨਾਮ ਹੀ ਨਹੀਂ ਲੈਂਦੇ ਹੁੰਦੇ ਸੀ, ਕਿਉਂਕਿ ਟਾਵੇਂ ਬੰਦੇ ਨੂੰ ਇਹ ਕੈਂਸਰ ਹੁੰਦਾ ਸੀ ਤਾਂ ਬਜ਼ੁਰਗ ਕਹਿੰਦੇ ਸੀ ਉਸ ਫਲਾਣੇ ਬੰਦੇ ਨੂੰ ਦੂਜਾ ਹੋ ਗਿਆ, ਉਹਨਾਂ ਨੂੰ ਇਹ ਲੱਗਦਾ ਸੀ ਬਹੁਤ ਵੱਡਾ ਕਾਲ ਹੈ। ਲੇਕਿਨ ਅੱਜ ਕੱਲ ਕੀ ਹੈ, ਤੁਸੀਂ ਇਹ ਕਿਹਨੇ ਕੀਤਾ, ਅਸੀਂ ਹੀ ਕੀਤਾ। ਅਸੀਂ ਭੱਜਦੜ ਦੇ ਦੌਰ ਦੇ ਅੰਦਰ ਸਾਨੂੰ ਬਸ ਭੱਜੀ ਪਈ ਹੈ, ਜਿਵੇਂ ਮਰਜ਼ੀ ਕਰਕੇ ਆਪਦਾ ਸੂਤ ਦੇਖਣਾ, ਦੂਜੇ ਦਾ ਭਾਵੇਂ ਨੁਕਸਾਨ ਹੁੰਦਾ ਰਹੇ। ਤੇ ਗੱਲ ਕਰੀਏ ਅਗਰ ਅਸੀਂ ਬੱਚਿਆਂ ਦੀ ਡਾਈਟ ਨੂੰ ਲੈ ਕੇ, ਤਾਂ ਇੱਥੇ ਵੀ ਤਨਦੀਪ ਸਭ ਤੋਂ ਜ਼ਿਆਦਾ ਮੇਨ ਰੋਲ ਆ ਜਿਹੜਾ ਮਾਪਿਆਂ ਦਾ ਹੀ ਰਹਿੰਦਾ। ਅੱਜ ਕੱਲ ਜਿਹੜਾ ਹਰ ਇੱਕ ਲੇਡੀ, ਹਰ ਇੱਕ ਬੰਦਾ ਵਰਕਿੰਗ ਹੈ, ਇਹ ਮੰਨਣ ਵਾਲੀ ਗੱਲ ਹੋਊਗੀ ਕਿ ਅਸੀਂ ਆਪਣੇ ਬੱਚਿਆਂ ਦੇ ਉੱਪਰ ਧਿਆਨ ਨਹੀਂ ਦੇ ਪਾ ਰਹੇ ਹਾਂ। ਉਹਨਾਂ ਦੀਆਂ ਸ਼ੁਰੂ ਤੋਂ ਆਦਤਾਂ ਨੂੰ ਬਹੁਤ ਕੁਝ ਚੱਲ ਗਿਆ ਜੀ, ਇਹ ਦੇ ਦਿਓ, ਫਲਾਣੇ ਪ੍ਰੋਡਕਟ ਦੇ ਦਿਓ, ਬਾਹਰ ਦੇ ਇਹਨਾਂ ਨੂੰ ਚਾਕਲੇਟ ਪਾ ਕੇ ਦੇ ਦਿਓ, ਦੁੱਧ ਦੇ ਅੰਦਰ ਇਹ ਦੇ ਦਿਓ, ਇਹ ਅਸੀਂ ਖੁਦ ਹੀ ਬਣਾਇਆ। ਅਗਰ ਅੱਜ ਕੱਲ ਇਹ ਵੀ ਪ੍ਰੋਡਕਟ ਆ ਰਹੇ ਨੇ ਕਿ ਬੱਚੇ ਦੇ ਕੱਦ ਛੋਟੇ ਰਹਿ ਗਿਆ, ਕੱਦ ਵਧਾਉਣ ਵਾਲੇ ਉਹਨਾਂ ਨੂੰ ਪ੍ਰੋਡਕਟ ਦੇ ਲਓ, ਉਹ ਰੱਬ ਦੀ ਦੇਣ ਆ। ਉਹਨੂੰ ਕੋਈ ਵੀ ਦੇਖੋ, ਅਸੀਂ ਰੱਬ ਤੋਂ ਉੱਤੇ ਹੋ ਕੇ ਸਾਇੰਸਦਾਨਾਂ ਨੇ ਬਹੁਤ ਕੁਝ ਕੀਤਾ ਵੀ ਆ, ਵਧੀਆ ਵੀ ਕੀਤਾ, ਲੇਕਿਨ ਉਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਘਾਟੇ ਵੀ ਪਏ ਆ। ਜਿਹੜੀ ਰੱਬ ਦੀ ਦੇਣ ਆ ਉਹਨੂੰ ਤੁਸੀਂ ਕੁਦਰਤ ਬਦਲਣ ਦੀ, ਅਸੀਂ ਕਰੋਨਾ ਨੂੰ ਵੇਖ ਸਕਦੇ ਆ, ਕੁਦਰਤ ਬਦਲਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਨਤੀਜਾ ਸਾਨੂੰ ਕੀ ਭੁਗਤਣਾ ਪਿਆ। ਬਿਲਕੁਲ ਰਮਨ, ਇਹ ਗੱਲ ਤਾਂ ਬਿਲਕੁਲ ਵਧੀਆ। ਨਵੇਂ ਪ੍ਰੋਡਕਟ ਜੇ ਸਾਹਮਣੇ ਤੇ ਆ ਰਹੇ ਨੇ, ਬੱਚਿਆਂ ਨੂੰ ਕਿਤੇ ਨਾ ਕਿਤੇ ਬੱਚੇ ਨੂੰ ਦੇਖ ਕੇ ਨਾ ਬੱਚਿਆਂ ਦੀ ਸਿਹਤ ਵੀ ਆਪਾਂ ਨਾ ਖਰਾਬ ਜ਼ਰੂਰ ਕਰ ਰਹੇ ਹਾਂ। ਉੱਥੇ ਹੀ ਜਿਵੇਂ ਤੁਸੀਂ ਪ੍ਰੋਡਕਟ ਦੀ ਗੱਲ ਕੀਤੀ, ਅਸੀਂ ਬੱਚਿਆਂ ਦੇ ਬਾਰੇ 'ਚ ਹੋਰ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਬੱਚਿਆਂ ਦੇ ਮਨਮਾਨੀ ਨੂੰ ਅਗਰ ਵੇਖਿਆ ਜਾਏ ਨਾ, ਬੱਚੇ ਛੋਟੇ ਹੁੰਦੇ ਨਾ ਬੱਚੇ ਨੂੰ ਫੋਨ ਦਿੱਤਾ ਜਾਂਦਾ ਹੈ, ਰੋ ਰਿਹਾ ਹੈ ਬੱਚਾ, ਅਗਰ ਥੋੜਾ ਬਹੁਤਾ ਰੋਏਗਾ ਨਾ, ਇਹ ਚੀਜ਼ ਮੰਗ ਰਿਹਾ ਨਾ, ਉਹਨਾਂ ਦੀ ਜ਼ਿੱਦ ਜਿਹੜੀ ਕਾਫੀ ਜ਼ਿਆਦਾ ਜਲਦੀ ਜਿਹੜੀ ਪੂਰੀ ਕਰ ਲਿੱਤੀ ਜਾਂਦੀ ਹੈ। ਉਹ ਜ਼ਿੱਦ ਕੀ ਹੈ ਤਨਦੀਪ, ਇੱਥੇ ਮੇਨ ਗੱਲ ਤਾਂ ਸਾਡੇ ਤੇ ਵੀ ਢੁੱਕਦੀ ਆ। ਅਸੀਂ ਜਿਹੜਾ ਅੱਜ ਕੱਲ ਦਾ ਕੋਈ ਵੀ ਬੰਦਾ ਵਰਕਿੰਗ ਹੈਗਾ, ਇਹ ਮੇਨ ਗੱਲ ਆ। ਔਰ ਦੂਸਰਾ, ਕੰਮ ਧੰਦਿਆਂ ਤੋਂ ਥੱਕੇ ਹਾਰੇ ਅਗਰ ਮਾਪੇ ਜਾ ਰਹੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਸ਼ਾਂਤੀ ਦਾ ਮਾਹੌਲ ਚਾਹੀਦਾ, ਕਿ ਇਹ ਨਾ ਹੋਵੇ ਅਸੀਂ ਸਭ ਤੋਂ ਪਹਿਲਾਂ ਤਾਂ ਮਾਵਾਂ ਦੀ ਗੱਲ ਕਰਦੇ ਆ। ਅਸੀਂ ਇਹ ਕਹਿੰਦੇ ਆ ਵੀ ਬਸ ਬੱਚਾ ਰੋਵੇ ਨਾ, ਮੇਰਾ ਸਿਰ ਨਾ ਖਾਵੇ ਔਰ ਲੋ ਫੋਨ ਫੜੋ ਤੇ ਚੁੱਪ ਕਰਕੇ ਬਹਿ ਜਾਓ। ਇਹ ਸਾਡੀ ਆਪਣੀ ਸੋਚ ਆ। ਲੇਕਿਨ ਪਹਿਲਾਂ ਪਤਾ ਬੱਚੇ ਰੋਂਦੇ ਸੀ, ਅੱਧਾ ਪੌਣਾ ਘੰਟਾ ਬੱਚਾ ਰੋਂਦਾ ਸੀ ਪੁਰਾਣੇ ਜ਼ਮਾਨੇ ਦੇ ਅੰਦਰ, ਉਹਦੀਆਂ ਕਿਹਾ ਜਾਂਦਾ ਕਿ ਰਗਾਂ ਖੁੱਲਦੀਆਂ ਸੀ। ਰੋਣ ਦੇ ਨਾਲ ਉਹਦੀਆਂ ਰਗਾਂ ਖੁੱਲਦੀਆਂ ਸੀ, ਰਗਾਂ ਖੋਲਣ ਦੇ ਨਾਲ ਉਹਦਾ ਸਰੀਰ ਪ੍ਰਫੁੱਲਿਤ ਵੱਧਦਾ ਫੁੱਲਦਾ ਸੀ ਔਰ ਉਹਨੂੰ ਰੋਣ ਦੇ ਨਾਲ ਜਿਹੜੀ ਭੁੱਖ ਲੱਗਦੀ ਸੀ, ਕਿ ਉਹ ਜਦੋਂ ਬੱਚਾ ਥੱਕ ਹੰਬ ਕੇ ਔਰ ਉਦੋਂ ਬੱਚਾ ਸੌਂ ਵੀ ਜਾਂਦਾ ਸੀ। ਅੱਜ ਅਸੀਂ ਇਹ ਬਣਾ ਲਿਆ ਕਿ ਬਸ ਬੱਚਾ ਰੋ ਨਹੀਂ ਦੇਣਾ, ਲਾਡਲੇ ਸਭ ਦੇ ਬੱਚੇ ਹੁੰਦੇ ਆ। ਤੇ ਔਰ ਦੂਜੀ ਗੱਲ ਮੈਂ ਇੱਥੇ ਇਹ ਕਰਾਂਗੀ ਕਿ ਤੁਸੀਂ ਫੋਨ ਦੀ ਗੱਲ ਕੀਤੀ ਆ, ਬਹੁਤ ਜ਼ਿਆਦਾ ਹਾਨੀਕਾਰਕ ਹੈ, ਬੱਚੇ ਦੀਆਂ ਨੁਕਸਾਨ ਹੀ ਨੁਕਸਾਨ ਨੇ। ਸਾਡੇ ਲਈ ਤਾਂ ਫਾਇਦੇ ਨੇ, ਲੇਕਿਨ ਗੱਲ ਕਰੀਏ ਸਿਰਫ 1 ਤੋਂ ਲੈ ਕੇ 5 6 7 ਸਾਲ ਦੇ ਬੱਚਿਆਂ ਦੇ ਤੱਕ, ਉਹਨਾਂ ਦੀ ਨਿਗਾਹ ਨੂੰ ਬਹੁਤ ਜ਼ਿਆਦਾ ਨੁਕਸਾਨ ਨੇ। ਅਗਾਂਹ ਜਾ ਕੇ ਅੱਜ ਕੱਲ ਬੱਚਿਆਂ ਦੀ ਪੜ੍ਹਾਈ ਉਹਦੇ ਨਾਲ ਜੁੜ ਚੁੱਕੀ, ਅਸੀਂ ਤਾਂ ਨਹੀਂ ਉਹਦੇ ਤੇ ਬਾਹਲਾ ਬੋਲ ਸਕਦੇ, ਪਰ ਹੁਣ ਤੱਕ ਤਾਂ, ਲੇਕਿਨ ਜਿਹੜਾ ਹੁਣ ਕਰੋਨਾ ਕਾਲ ਆਇਆ ਵਾ, ਉਹਨੇ ਤਾਂ ਇਹੋ ਕੀਤਾ ਕਿ ਪਹਿਲੀ ਤੋਂ ਲੈ ਕੇ ਨਰਸਰੀ ਜਮਾਤ ਤੋਂ ਲੈ ਕੇ 6ਵੀਂ 7ਵੀਂ ਤੱਕ ਦੇ ਜਿੰਨੇ ਵੀ ਅਸੀਂ ਬੱਚਿਆਂ ਨੂੰ ਕਹਿੰਦੇ ਆ ਵੀ ਅਵੋਇਡ ਕਰਨਾ ਫੋਨ, ਸਾਰੇ ਜੁੜ ਗਏ ਨੇ। ਸ਼ਾਇਦ ਮਜਬੂਰੀਆਂ ਰਹੀਆਂ ਨੇ। ਔਰ ਮਜਬੂਰੀ ਆਪਣੀ ਜਗ੍ਹਾ, ਲੇਕਿਨ ਕੁਝ ਸਮੇਂ ਵੀ ਹੁੰਦਾ ਕਿ ਬੱਚਿਆਂ ਨੂੰ ਅਗਰ ਤੁਸੀਂ ਕੋਈ ਚੀਜ਼ ਦੇਣ ਜਾ ਰਹੇ ਹੋ, ਉਹਦਾ ਸਮੇਂ ਇੱਕ ਪੂਰਾ ਰੱਖਿਆ। ਅਗਰ ਜਿਵੇਂ ਬੱਚੇ ਸਕੂਲ ਜਾਂਦੇ ਨੇ ਨਾ, ਪੜ੍ਹਾਈ ਦਾ ਟਾਈਮ ਟੇਬਲ ਫਿਕਸ ਹੁੰਦਾ ਕਿ ਅੱਜ ਸੋਮਵਾਰ ਆ ਤੇ ਅੱਜ ਕਿਹੜੀਆਂ ਕਿਤਾਬਾਂ ਜਿਹੜੀਆਂ ਨੇ ਬੱਚੇ ਨੇ ਲੈ ਕੇ ਜਾਣੇ। ਉਹੀ ਮੈਨੂੰ ਲੱਗਦਾ ਕਿ ਜਿਵੇਂ ਅਗਰ ਤੁਸੀਂ ਬੱਚੇ ਨੂੰ ਫੋਨ ਦੇਣਾ ਹੈ, ਉਹਦਾ ਕੁਝ ਸਮੇਂ ਬਿਲਕੁਲ ਰੱਖਣਾ ਚਾਹੀਦਾ ਕਿ ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਬੱਚੇ ਨੂੰ ਕੋਲ ਫੋਨ ਹੋਣਾ ਚਾਹੀਦਾ। ਉਸ ਤੋਂ ਬਾਅਦ ਬੱਚੇ ਨੂੰ ਫੋਨ ਜਿਹੜਾ ਨਹੀਂ ਦੇ। ਬੱਚੇ ਨੂੰ ਹੋਰ ਐਕਟੀਵਿਟੀਜ਼ ਤੁਸੀਂ ਕਰਾ ਸਕਦੇ ਹੋ, ਤੁਸੀਂ ਪੜ੍ਹਾਉਣ ਦੇ ਹੋਰ ਨਵੇਂ ਤਰੀਕੇ ਆ ਗਏ ਨੇ, ਤੁਸੀਂ ਉਹ ਦੱਸ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਬੱਚਿਆਂ ਨੂੰ ਹਰ ਚੀਜ਼ ਤੇ ਫੋਨ ਜਿਹੜਾ ਬਹੁਤਾ ਹੀ ਦਿੱਤਾ ਜਾਏ। ਬਿਲਕੁਲ ਤਨਦੀਪ, ਤੁਸੀਂ ਗੱਲ ਕੀਤੀ ਹੈ ਕਿ ਬੱਚੇ ਨੂੰ ਫੋਨ ਬਹੁਤਾ ਨਾ ਦਿੱਤਾ ਜਾਵੇ, ਉਹਦਾ ਇੱਕ ਸਮਾਂ ਜਿਹੜਾ ਨਿਰਧਾਰਿਤ ਕਰ ਦੇਣਾ ਚਾਹੀਦਾ ਵਾ। ਲੇਕਿਨ ਗੱਲ ਇੱਥੇ ਇਹ ਵੀ ਆਉਂਦੀ ਆ ਕਿ ਅਸੀਂ ਦੇਖੋ, ਇਹ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਕਿ ਅਗਰ ਅਸੀਂ ਬੱਚੇ ਨੂੰ ਇਹ ਲੱਗਦਾ ਨਾ ਕਿ ਜੇ ਮੇਰੀ ਮਾਂ ਫੋਨ ਦੇ ਨਾਲ ਜੁੜੀ ਆ ਤਾਂ ਸ਼ਾਇਦ ਇਹ ਮੇਰਾ ਅਨਿੱਖੜ ਵਾਂਗਾ, ਬੱਚਾ ਬਾਏ ਬਰਥ ਹੀ ਦੇਖ ਲੈਂਦਾ ਕਿ ਮਾਂ ਲੱਗੀ ਹੋਈ ਹੈ ਫੋਨ ਦੇ ਉੱਤੇ, ਤਾਂ ਮੈਨੂੰ ਲੱਗਦਾ ਵੱਡੇ ਹੋ ਕੇ ਮੈਨੂੰ ਵੀ ਨਾਲ ਇਦਾਂ ਹੀ ਕਰਨਾ ਚਾਹੀਦਾ। ਸਿੱਖਦਾ ਤਾਂ ਉਹ ਆਪਣੇ ਆਸੇ-ਪਾਸੇ ਤੋਂ। ਕੱਲ ਵੀ ਆਪਾਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਇਹਦੇ ਤੇ। ਦੂਜਾ ਤਨਦੀਪ, ਜਿਹੜੀਆਂ ਪੁਰਾਣੀਆਂ ਖੇਡਾਂ ਨੇ ਉਹ ਬਿਲਕੁਲ ਖਤਮ ਹੋ ਗਈਆਂ ਨੇ, ਜਿਹਦੇ ਨਾਲ ਸਾਡੇ ਬੱਚਿਆਂ ਦੀ ਸਰੀਰਕ ਕਿਰਿਆ ਹੁੰਦੀ ਸੀ। ਗੱਲ ਉਹੀ ਕੀਤੀ, ਰੋਣ ਦੀ ਆਪਾਂ ਜੇ ਗੱਲ ਕੀਤੀ ਹੈ ਤਾਂ
ਖੇਡਾਂ ਵੀ ਜਿਹੜੇ ਸਰੀਰਕ ਕਿਰਿਆ ਦਾ ਇੱਕ ਹਿੱਸਾ ਹੁੰਦੀਆਂ ਸੀ। ਬੱਚੇ ਦੌੜਦੇ ਸੀ, ਕੋਈ ਖੇਡਦੇ ਸੀ, ਸਟਾਪੂ ਖੇਡਣਾ, ਵੱਖ-ਵੱਖ ਤਰ੍ਹਾਂ ਦੀਆਂ ਕੋਟਲਾ ਛਪਾਕੀ ਖੇਡਣਾ, ਇਹੋ ਜਿਹੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਅਸੀਂ ਵੀ ਖੇਡੀਆਂ ਨੇ। ਲੇਕਿਨ ਮੈਨੂੰ ਲੱਗਦਾ ਉਹ ਅਸੀਂ ਲਾਸਟ ਪੀੜ੍ਹੀ ਸੀਗੇ। ਬਿਲਕੁਲ, ਮੈਨੂੰ ਵੀ ਅਸੀਂ ਇਹੋ ਲੱਗਦਾ ਕਿ ਜਿਹੜੀ 90 ਦੇ ਬਾਅਦ ਉਹ ਖਤਮ ਹੋ ਗਿਆ ਵਾ, ਔਰ ਉਸ ਦੇ ਬਾਅਦ ਹੁਣ ਜਿਹੜਾ ਸਮਾਂ ਬਦਲਦਾ ਜਾ ਰਿਹਾ, ਟੈਕਨੋਲੋਜੀ ਬਦਲਦੀ ਜਾ ਰਹੀ ਹੈ। ਲੇਕਿਨ ਅਸੀਂ ਅਗਰ ਆਪਣੀ ਭਾਸ਼ਾ ਦੇ ਵਿੱਚ ਆਖੀਏ ਤਾਂ ਕਲਯੁਗ ਤੇ ਸਮਾਂ ਬਹੁਤ ਜ਼ਿਆਦਾ ਮਾੜਾ ਆ ਰਿਹਾ। ਬਿਲਕੁਲ, ਜਿਵੇਂ ਤੁਸੀਂ ਆਖਿਆ ਅਸੀਂ ਆਖਰੀ ਪੀੜ੍ਹੀ ਆ, ਉਹ ਵੀ ਮੈਨੂੰ ਲੱਗਦਾ ਕਿ ਪਹਿਲੇ ਅਗਰ ਮੈਂ ਆਪਣੀ ਹੀ ਗੱਲ ਕਰਾਂ, ਆਪਾਂ ਜਦ ਸ਼ਾਮੀ ਫ੍ਰੀ ਹੁੰਦੇ ਸੀ ਸਾਰੇ ਕੀ ਕਰਦੇ ਸੀ, ਸਾਰੇ ਜਿੰਨੇ ਵੀ ਬੱਚੇ ਨੇ ਨਾ ਮਹੱਲੇ 'ਚ ਸਭ ਨੇ ਇਕੱਠੇ ਹੋ ਕੇ ਨਾ ਖੇਡਣਾ। ਤੇ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਸਾਡੀ ਆਖਰੀ ਪੀੜ੍ਹੀ ਸੀ, ਹੁਣ ਮੇਰੇ ਤੋਂ ਬਾਅਦ ਮੈਨੂੰ ਤਾਂ ਉੱਥੋਂ ਕੋਈ ਵੀ ਖੇਡਦਾ ਹੋਇਆ ਲੱਭਦਾ ਨਹੀਂ ਆ। ਕਿਤੇ ਨਾ ਕਿਤੇ ਬੱਚਿਆਂ ਨੂੰ ਨਾ ਜਾਂ ਮਾਪਿਆਂ ਦੀ ਗੱਲ ਕਰੀਏ, ਕਿਤੇ ਵੀ ਗੱਲ ਕਰੀਏ, ਬਸ ਅੰਦਰ ਹੀ ਰੱਖਣਾ ਇਹ ਕੁਝ ਜ਼ਿਆਦਾ ਹੋ ਗਿਆ। ਬੱਚੇ ਨੂੰ ਬਾਹਰ ਕੱਢਣਾ ਜਾਂ ਫਿਰ ਪੂਰੇ ਮਾਹੌਲ ਦੇ ਨਾਲ ਢਾਲਣਾ ਉਹਨਾਂ ਨੂੰ, ਉਹ ਚੀਜ਼ਾਂ ਜਿਹੜੀਆਂ ਕਾਫੀ ਜ਼ਿਆਦਾ ਘੱਟ ਹੁਣ ਵੇਖਣ ਨੂੰ ਮਿਲ ਰਹੀਆਂ ਨੇ। ਕਿਉਂਕਿ ਚੀਜ਼ਾਂ ਇਹ ਬਹੁਤ ਜ਼ਿਆਦਾ ਘਟ ਰਹੀਆਂ ਨੇ। ਇਹਦੇ ਨੁਕਸਾਨ ਸਾਨੂੰ ਇਹ ਹੋ ਰਹੇ ਨੇ ਕਿ ਸਾਡੇ ਅੰਦਰ ਜਿਹੜਾ ਏਕਾ, ਇਤਫਾਕ ਤੇ ਪਿਆਰ ਜਿਹੜਾ ਬਿਲਕੁਲ ਮੁੱਕਦਾ ਜਾ ਰਿਹਾ ਵਾ। ਕਿਉਂਕਿ ਅੱਗੇ ਆਪਾਂ ਕਿਸੇ ਵੀ ਸੱਥ ਦੀ ਗੱਲ ਕਰਦੇ ਹੁੰਦੇ ਸੀ, ਸੱਥਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਕੱਠੇ ਬੈਠੇ ਦੇਖਦੇ ਹੁੰਦੇ ਸੀ। ਹੁਣ ਨਾ ਤਾਂ ਉਹ ਸੱਥਾਂ ਰਹੀਆਂ ਤੇ ਨਾ ਉਹ ਖੇਡਾਂ ਰਹੀਆਂ, ਤੇ ਨਾ ਹੀ ਹੁਣ ਅਸੀਂ ਦੇਖਦੇ ਸੀ ਕਿ ਪਿੰਡ ਦਾ ਕੋਈ ਵੀ ਭੈਣ ਭਾਈ ਆ ਸਾਰੇ ਇਕੱਠੇ ਨੇ ਮਿਲ ਕੇ ਖੇਡਣਾ, ਮੁੰਡੇ ਕੁੜੀਆਂ ਨੇ ਇਕੱਠੇ ਮਿਲ ਕੇ ਖੇਡਣਾ। ਲੇਕਿਨ ਅਸੀਂ ਸੋਚ ਹੀ ਸਕੋੜ ਕੇ ਰੱਖ ਦਿੱਤੀ ਆ, ਇੰਨੀ ਜ਼ਿਆਦਾ ਸੋਹਣੀ ਸੋਚ ਅਸੀਂ ਕਰ ਦਿੱਤੀ ਹੋਈ ਆ। ਉਸ ਸੋਹਣੀ ਸੋਚ ਦੇ ਦਲਦਲ ਦੇ ਅੰਦਰ ਸਾਡੇ ਬੱਚੇ ਆ ਜਿਹੜੇ ਮੁੱਢ ਤੋਂ ਹੀ ਫਸਣਾ ਸ਼ੁਰੂ ਹੋ ਗਏ। ਤਨਦੀਪ, ਬਹੁਤ ਸਾਰੀ ਇੱਥੇ ਮੈਂ ਗੱਲ ਕਰਾਂਗੀ, ਬਹੁਤ ਸਾਰੇ ਜਿਹੜੀਆਂ ਕੁੜੀਆਂ ਦੇ ਅੰਦਰ ਪਰਿਵਰਤਨ ਵੀ ਬਹੁਤ ਜ਼ਿਆਦਾ ਅਗਲੇਰੀ ਏਜ ਦੇ ਜਾ ਕੇ ਵਿੱਚ ਆਉਂਦੇ ਸੀ। ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਨੇ, ਉਹ ਪਰਿਵਰਤਨ ਸਾਨੂੰ ਛੋਟੀ ਉਮਰ 'ਚ ਹੀ ਦੇਖਣ ਨੂੰ ਮਿਲ ਰਹੇ ਨੇ। ਔਰ ਵਜ੍ਹਾ ਕੀ ਹੈ? ਸਾਡਾ ਸਮਾਜ ਔਰ ਸਾਡੀ ਜਿਹੜੀ ਛੋਟੀ ਸੋਚ ਆ, ਜਿਹੜੀ ਅਸੀਂ ਬਿਲਕੁਲ ਹੀ ਇਹ ਕਰਕੇ ਰੱਖ ਦਿੱਤੀ ਕਿਤੇ ਨਾ ਕਿਤੇ। ਤਾਂ ਕਹਿੰਦੇ ਸੀ ਨਾ, ਇਹ ਵੀ ਉਦਾਹਰਨ ਬਹੁਤ ਵਧੀਆ ਉਦੋਂ ਬੈਠਦੀ ਸੀ ਕਿ ਜਦੋਂ ਘਰ ਕੱਚੇ ਸੀ ਤਾਂ ਰਿਸ਼ਤੇ ਵੀ ਪੱਕੇ ਹੁੰਦੇ ਸੀਗੇ। ਹੁਣ ਕੀ ਆ, ਅਸੀਂ ਇਮਾਰਤਾਂ ਮੰਜ਼ਲਾਂ ਆਪਦੀਆਂ ਖੜੀਆਂ ਕਰਨ ਲੱਗੇ ਪਏ ਆ ਦੌੜ ਦੇ ਅੰਦਰ, ਤੇ ਸਾਡੇ ਜਿਹੜੇ ਰਿਸ਼ਤੇ ਨੇ, ਸਾਡੇ ਬੱਚਿਆਂ ਨੇ ਅੱਗੇ ਸਾਡੀ ਕਦਰ ਨਹੀਂ ਕਰਨੀ। ਜ਼ਮਾਨਾ ਐਸਾ ਆ ਰਿਹਾ, ਔਰ ਸਾਨੂੰ ਉਸ ਵੇਲੇ ਨੂੰ, ਅਸੀਂ ਆਪਣੇ ਬਜ਼ੁਰਗਾਂ ਦੇ ਵੇਲੇ ਨੂੰ ਰੋ ਵੀ ਰਹੇ ਹਾਂ ਔਰ ਰੋਵਾਂਗੇ ਵੀ। ਬਿਲਕੁਲ ਤਨਦੀਪ, ਔਰ ਦੂਸਰੀ ਗੱਲ ਮੈਂ ਇੱਥੇ ਇਹ ਕਰਾਂ, ਇਹ ਗੱਲ ਰਹੀ ਸਾਡੇ ਬੱਚਿਆਂ ਦੇ ਨਾਲ ਜੁੜੀ ਕੀ ਖੇਡਾਂ ਰਹੀਆਂ, ਸਾਡੇ ਬੱਚਿਆਂ ਦੇ ਖਾਣੇ ਪੀਣੇ ਨੂੰ ਲੈ ਕੇ, ਬੱਚਿਆਂ ਦੇ ਰੋਣੇ ਨੂੰ ਲੈ ਕੇ ਕੀ ਪਰਿਵਰਤਨ ਆਏ ਨੇ, ਕੀ ਸਾਨੂੰ ਉਹਦੇ ਘਾਟ ਹੋਈਆਂ ਨੇ। ਤੇ ਦੂਜੀ ਗੱਲ ਅਸੀਂ ਕਰਾਂਗੇ ਤਨਦੀਪ, ਆਪਾਂ ਦੇਖਦੇ ਹੁੰਦੇ ਸੀ, ਅੱਜ ਕੱਲ ਅਸੀਂ ਦੇਖਦੇ ਆ ਕਿ ਅਸੀਂ ਕਿਸੇ ਦਾ ਵੀ ਬੱਚਾ ਥੋੜਾ ਜਿਹਾ ਵੀ ਗੰਦਾ ਦੇਖਦੇ ਆ ਤੇ ਆਪਾਂ ਦੇਖਦੇ ਆ ਕਿ ਉਹ ਇਹਨਾਂ ਦਾ ਸਟੈਂਡਰਡ ਹੀ ਨਹੀਂ ਹੈਗਾ, ਇਹਨਾਂ ਦੇ ਮਾਪਿਓ ਨੇ ਇਹਨੂੰ ਸਾਫ਼ ਸੁਥਰਾ ਹੀ ਨਹੀਂ ਰੱਖਿਆ ਹੈਗਾ। ਤਾਂ ਮਤਲਬ ਇੰਨੀ ਜ਼ਿਆਦਾ ਹੋ ਗਿਆ, ਸਟੈਂਡਰਡ ਮੇਨਟੇਨ ਕਰਨ ਦੇ ਲਈ ਅਸੀਂ ਬੱਚਿਆਂ ਨੂੰ ਬ੍ਰਾਂਡ ਤੱਕ ਪਵਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਗਰਮੀ ਆਵੇ ਸਰਦੀ ਆਵੇ, ਬੱਚੇ ਦਾ ਭਾਵੇਂ ਸਾਹ ਘੁੱਟਿਆ ਰਵੇ, ਪਰ ਬੱਚੇ ਨੂੰ ਪਾਉਣਾ ਅਸੀਂ ਉਹੀ ਆ ਜਿਹੜਾ ਸਾਡਾ ਕਲਾਸ ਦੱਸੇ ਕਿ ਅਸੀਂ ਕਿਸ ਕਲਾਸ ਤੋਂ ਬਿਲੋਂਗ ਕਰਦੇ ਆ। ਤਾਂ ਪਹਿਲਾਂ ਕੀ ਹੁੰਦਾ ਸੀ, ਬੱਚਿਆਂ ਨੂੰ ਅਸੀਂ ਹੁਣ ਭੋਰਾ ਮਿੱਟੀ ਨਹੀਂ ਲੱਗਣ ਦਿੰਦੇ ਅਸੀਂ। ਪਹਿਲਾਂ ਕੀ ਹੁੰਦਾ ਸੀ, ਬੱਚੇ ਨੂੰ ਮਾਪਿਓ ਨੇ, ਮਾਂ ਨੇ ਕੰਮ ਕਰਦੇ ਰਹਿਣਾ ਪੂਰਾ ਦਿਨ ਤੇ ਬੱਚੇ ਨੂੰ ਮਿੱਟੀ ਦੇ ਵਿੱਚ ਖੇਡਣ ਨੂੰ ਛੱਡ ਦੇਣਾ। ਅੱਜ ਕੱਲ ਤਨਦੀਪ, ਮੈਂ ਖੁਦ ਡਾਕਟਰ ਦੇ ਮੂੰਹੋਂ ਸੁਣਿਆ ਕਿ ਬੱਚੇ ਨੂੰ ਅੱਜ ਕੱਲ ਵਿਟਾਮਿਨਸ ਜਿਹੜੇ ਮਿੱਟੀ ਚੋਂ ਮਿਲਨੇ ਸੀ, ਜਿਹੜੇ ਮਿਨਰਲਸ ਮਿੱਟੀ ਚੋਂ ਮਿਲਨੇ ਸੀਗੇ, ਉਹ ਨਹੀਂ ਮਿਲ ਰਹੇ। ਇਸ ਕਰਕੇ ਜਿਹੜਾ ਬੱਚਾ ਦਿਨੋਂ ਦਿਨ ਕਮਜ਼ੋਰ ਹੋ ਰਿਹਾ। ਬੱਚੇ ਦਾ ਮਿੱਟੀ ਵਿੱਚ ਖੇਡਣਾ ਤੇ ਨਾਲ ਮਿੱਟੀ ਖਾਣਾ, ਉਹ ਵੀ ਇੱਕ ਕਹਿੰਦੇ ਕਿ ਉਹ ਵੀ ਇੱਕ ਹਿੱਸਾ ਹੁੰਦਾ ਸੀ ਉਹਦੀ ਗਰੋਥ ਦੇ ਅੰਦਰ। ਹੁਣ ਜਿਹੜੀ ਉਹ ਗਰੋਥ, ਅਸੀਂ ਮਿੱਟੀ ਘਰ ਅਸੀਂ ਪੱਕੇ ਬਣਾ ਲਏ ਨੇ, ਬੱਚਾ ਮਿੱਟੀ ਖਾਂਦਾ ਨਹੀਂ, ਮਿੱਟੀ ਦੇ ਵਿੱਚ ਖੇਡਦਾ ਨਹੀਂ। ਦੂਜਾ, ਅਸੀਂ ਉਹਨੂੰ ਲਿਬੜਨ ਨਹੀਂ ਦਿੰਦੇ, ਤੇ ਤੀਜਾ, ਅਸੀਂ ਉਹਨੂੰ ਘਰੋਂ ਬਾਹਰ ਜਾ ਕੇ ਖੇਡਣ ਨਹੀਂ ਦਿੰਦੇ। ਤੇ ਫਿਰ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਦਾ ਜਿਹੜਾ ਵਿਕਾਸ ਆ ਪ੍ਰੋਪਰ ਨਹੀਂ ਹੋ ਰਿਹਾ। ਬਿਲਕੁਲ ਰਮਨ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹ ਸਭ ਚੀਜ਼ਾਂ ਜਿਹੜੀਆਂ ਪੁਰਾਣੀਆਂ ਨੇ, ਇਹ ਨਾ ਕਿਤੇ ਖੋਂਦੀਆਂ ਹੋਈ ਲੱਭ ਰਹੀਆਂ ਨੇ, ਤੇ ਖੋਂਦੀਆਂ ਹੋਈ ਲੱਭ ਕੀ ਰਹੀਆਂ ਨੇ, ਮੈਨੂੰ ਲੱਗਦਾ ਕਿ ਖੋ ਹੀ ਗਈਆਂ ਨੇ। ਤੇ ਇਸ ਚੀਜ਼ ਨੂੰ ਨਾ ਵਾਪਸ ਲੈਣਾ ਬਹੁਤ ਜ਼ਰੂਰੀ। ਇੱਕ ਹੋਰ ਚੀਜ਼ ਰਮਨ ਮੇਰੇ ਦਿਮਾਗ ਵਿੱਚ ਆ ਰਹੀ ਹੈ, ਇੱਕ ਚੀਜ਼ ਹੈ ਜਿਹੜੀ, ਚਾਹੇ ਉਹ ਅਗਰ ਅਸੀਂ ਬੱਚੇ ਦੀ ਗੱਲ ਕਰੀਏ, ਬੱਚੇ ਵਾਸਤੇ ਵੀ ਬੜੀ ਜ਼ਰੂਰੀ ਹੈ, ਜਾਂ ਫਿਰ ਆਪਾਂ ਗੱਲ ਕਰੀਏ 10 ਸਾਲ ਤੋਂ 20 ਸਾਲ ਦੇ ਬੱਚੇ ਲਈ ਉਮਰ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਾਂ ਫਿਰ ਗੱਲ ਕਰੀਏ 20 ਤੋਂ ਲੈ ਕੇ ਉਸ ਤੋਂ ਵੱਡੇ ਬੜਿਆਂ ਦੇ ਲਈ, ਹਰ ਇੱਕ ਵਾਸਤੇ ਨਾ ਉਹ ਬੰਦਾ ਚਾਹੁੰਦਾ ਕਿ ਸਾਨੂੰ ਇੱਕ ਸਮਾਂ ਜਿਹੜਾ ਮਾਪਿਆਂ ਦਾ ਉਹ ਮਿਲੇ। ਤੇ ਮੈਨੂੰ ਲੱਗਦਾ ਹੈ ਕਿ ਭਾਗਦੌੜ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਉਸ ਸਮੇਂ ਜਿਹੜਾ ਨਾ ਇੱਕ ਬੱਚੇ ਨੂੰ, ਜਾਂ ਫਿਰ ਗੱਲ ਕਰੀਏ ਯੰਗਰ ਨੂੰ, ਜਾਂ ਫਿਰ ਓਲਡਰ ਨੂੰ ਗੱਲ ਕਰੀਏ, ਐਲਡਰਸ ਨੂੰ ਗੱਲ ਕਰੀਏ, ਜਿੱਦੀ ਵੀ ਗੱਲ ਕਰੀਏ ਆਪਾਂ, ਤੇ ਕਿਤੇ ਨਾ ਕਿਤੇ ਉਹ ਸਮਾਂ ਜਿਹੜਾ ਮਾਪਿਆਂ ਦਾ ਉਹਨਾਂ ਨੂੰ ਸਪੈਸ਼ਲ ਮਿਲਣਾ ਚਾਹੀਦਾ, ਉਹ ਚੀਜ਼ ਨਾ ਬੜੀ ਖੋਂਦੀ ਹੋਈ ਲੱਭ ਰਹੀ ਹੈ। ਤਨਦੀਪ, ਇਹ ਜਿਹੜਾ ਸਮਾਂ ਹੀ ਹੈ ਨਾ, ਤੁਸੀਂ ਕਿਹਾ ਕਿ ਸਮਾਂ ਅਸੀਂ ਨਹੀਂ ਦੇ ਪਾ ਰਹੇ ਕਿਉਂਕਿ ਸਰਕਮਸਟੈਂਸਿਸ ਤੇ ਹਾਲਾਤ ਆ ਜਿਹੜੇ ਹੁਣ ਵੈਸੇ ਪੈਦਾ ਹੋ ਗਏ ਆ, ਅਸੀਂ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ। ਲੇਕਿਨ ਇਹ ਅੱਜ ਤੋਂ ਸਾਡੇ ਦਰਸ਼ਕਾਂ ਨੂੰ ਅਸੀਂ ਬੇਨਤੀ ਹੀ ਕਰਾਂਗੇ ਕਿ ਚਾਹੇ ਉਹ ਮਾਵਾਂ ਦੀ ਗੱਲ ਕਰ ਲਓ, ਚਾਹੇ ਉਹ ਪਿਤਾ ਨੇ, ਚਾਹੇ ਉਹ ਸਾਡੇ ਬਜ਼ੁਰਗ ਨੇ, ਦਾਦਾ ਦਾਦੀ ਨੇ, ਘਰ ਦੇ ਅੰਦਰ ਜਿਹੜੇ ਵੀ ਬੱਚਿਆਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਨੂੰ ਚਾਹੇ ਇੱਕ ਸਿਸਟਮੈਟਿਕਲੀ ਆਪਣਾ ਚਾਰਟ ਬਣਾਓ,
ਜਿਵੇਂ ਮਰਜ਼ੀ ਕਰਕੇ, ਲੇਕਿਨ ਬੱਚਿਆਂ ਨੂੰ ਆ ਜਿਹੜਾ ਇਸ ਸਮੇਂ ਤਨਦੀਪ ਬਹੁਤ ਜ਼ਰੂਰੀ ਆ। ਅਗਰ ਤੁਸੀਂ, ਸ਼ਾਇਦ ਅਸੀਂ ਵੀ ਲੇਟ ਹੋ ਗਏ ਆ, ਲੇਕਿਨ ਅਗਰ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨਾ ਤੁਸੀਂ ਚਾਹੁੰਦੇ ਹੋ ਕਿ ਬੱਚਾ ਜਿਹੜਾ ਸਾਡਾ ਜ਼ਿੰਦਗੀ ਦੇ ਅੰਦਰ ਕਦੀ ਨਾ ਡੋਲੇ, ਤਾਂ ਉਹਦੇ ਲਈ ਤੁਹਾਡਾ ਪਿਆਰ, ਮਾਪਿਆਂ ਦਾ ਪਿਆਰ, ਬਜ਼ੁਰਗਾਂ ਦਾ ਪਿਆਰ ਤੇ ਸਾਡਾ ਉਹਦੇ ਉੱਤੇ ਯਕੀਨ। ਕਿਉਂਕਿ ਤਨਦੀਪ ਜਿੱਦਾਂ ਮੈਂ ਗੱਲ ਕੀਤੀ ਹੈ ਨਾ, ਅਗਰ ਅਸੀਂ, ਸਾਨੂੰ ਸਮਾਂ ਰੋਜ਼ ਇਜਾਜ਼ਤ ਨਹੀਂ ਦਿੰਦਾ, ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ, ਕਿਉਂਕਿ ਅਗਰ ਅਸੀਂ ਬਜ਼ੁਰਗਾਂ ਦੀਆਂ, ਪੁਰਾਣੇ ਜ਼ਮਾਨੇ ਦੀਆਂ ਆਪਣੀਆਂ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਰਹੀਏ ਨਾ, ਤਾਂ ਸ਼ਾਇਦ ਇੱਕ ਅਸੀਂ ਗ੍ਰੰਥ ਲਿਖ ਸਕਦੇ ਹਾਂ, ਔਰ ਉਹ ਗ੍ਰੰਥ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਕੰਮ ਆ ਸਕਦਾ, ਔਰ ਉਸ ਗ੍ਰੰਥ ਨੂੰ ਪੜ੍ਹ ਕੇ ਸਾਡੀ ਪੀੜ੍ਹੀ ਨੇ ਤਰਸਣਾ ਕਿ ਅਸੀਂ ਕਿਹੜੀ ਚੀਜ਼ ਪਿੱਛੇ ਛੱਡ ਆਏ ਆ ਔਰ ਕੀ ਅਸੀਂ ਲੱਭਦੇ ਆਪਣਾ ਕਿੰਨਾ ਕੁਝ ਗਵਾ ਕੇ ਆਏ ਆ। ਤਾਂ ਮੈਨੂੰ ਇਹ ਲੱਗਦਾ ਕਿ ਸਾਡੇ ਬੱਚਿਆਂ ਦੇ ਲਈ, ਆਉਣ ਵਾਲੀ ਪੀੜ੍ਹੀ ਦੇ ਲਈ, ਸਾਨੂੰ ਜਿਹੜੀ ਅਸੀਂ ਆਰਟੀਫੀਸ਼ੀਅਲ ਚੀਜ਼ਾਂ ਵਿਖਾ ਰਹੇ ਕਿ ਪੁਰਾਣੇ ਜ਼ਮਾਨੇ 'ਚ ਇਹ ਹੁੰਦਾ ਸੀ, ਤਾਂ ਸ਼ਾਇਦ ਸਾਨੂੰ ਉਹ ਆਪਣਾ ਸਾਂਭ ਕੇ ਰੱਖ ਲੈਣਾ ਚਾਹੀਦਾ। ਵੇਲਾ ਹਜੇ ਵੀ ਸਾਡੇ ਹੱਥ ਦੇ ਵਿੱਚ ਹੈ। ਤੇ ਹੁਣ ਫਿਰ ਤਨਦੀਪ ਅੱਜ ਵੀ ਸਾਨੂੰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਅਸੀਂ ਹੋਰ ਕਰਦੇ ਇਸ ਵਿਸ਼ੇ ਦੇ ਉੱਤੇ। ਤਾਂ ਚਲੋ ਫਿਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਤੇ ਮੇਰੀ ਸਹਿਵਕਤਾ ਤਨਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।